Hey guys, this is Suraj. Welcome back guys. ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸੈਂਟੈਂਸ ਫਾਰਮੇਸ਼ਨ ਦੀ। ਯਸ ਗਾਇਸ, ਅੱਜ ਆਪਾਂ ਗੱਲ ਕਰਾਂਗੇ ਸੈਂਟੈਂਸ ਫਾਰਮੇਸ਼ਨ ਕਿ ਆਪਾਂ ਸੈਂਟੈਂਸ ਫਾਰਮੇਸ਼ਨ ਨੂੰ ਕਿਵੇਂ ਰੱਖਣਾ ਹੁੰਦਾ ਮੇਨਟੇਨ। ਬਹੁਤ ਸਾਰੇ ਸਟੂਡੈਂਟ ਇਸ ਚੀਜ਼ ਦੇ ਲਈ ਕੰਪਲੇਨ ਕਰਦੇ ਆ ਕਿ ਸਾਨੂੰ ਸੈਂਟੈਂਸ ਫਾਰਮੇਸ਼ਨ ਦੀ ਪ੍ਰੋਬਲਮ ਆ ਰਹੀ ਆ ਐਂਡ ਇਸ ਦੇ ਨਾਲ ਇੱਕ ਤੁਹਾਨੂੰ ਇੱਕ ਸਰਪ੍ਰਾਈਜ਼ ਕੁਐਸਚਨ ਵੀ ਆਊਗਾ ਡਿਊਰਿੰਗ ਦਾ ਵੀਡੀਓ, ਜਿਹਦਾ ਤੁਸੀਂ ਆਨਸਰ ਦੋਗੇ ਤੇ ਮੈਨੂੰ ਪਤਾ ਲੱਗ ਜਾਊਗਾ ਕਿ ਤੁਹਾਡੀ ਸੈਂਟੈਂਸ ਫਾਰਮੇਸ਼ਨ ਵੀਡੀਓ ਦੇਖ ਕੇ ਇੰਪਰੂਵ ਹੋਈ ਕਿ ਨਹੀਂ। ਬਟ ਗਾਇਸ, ਬੇਸਿਕਲੀ ਸੈਂਟੈਂਸ ਫਾਰਮੇਸ਼ਨ ਹੁੰਦੀ ਕੀ ਆ? देखो, सेंटेंस ਨੂੰ ਫਾਰਮ ਕਿਵੇਂ ਕਰਨਾ ਹੁੰਦਾ ਆਪਾਂ। ਇਸ ਦਾ ਮੇਨ ਪੈਟਰਨ ਆ ਇਹ। S means subject, O means object, ਇਹ ਤੁਹਾਡੀ ਹੋਗੀ verb and H ਵੀ मतलब helping verb। I hope ਕਿ ਸਾਰਿਆਂ ਨੂੰ ਇਹ ਚੀਜ਼ ਤਾਂ ਕਲੀਅਰ ਹੋਊਗੀ। subject, helping verb, verb and object। ਗਾਇਸ, ਸਬਜੈਕਟ ਹੁੰਦਾ ਕੀ ਆ? ਬੇਸਿਕਲੀ ਸਬਜੈਕਟ ਪੰਜਾਬੀ ਦੇ ਵਿੱਚ ਗੱਲ ਕਰੀਏ ਤਾਂ ਕਰਤਾ ਹੁੰਦਾ, ਜਾਂ ਹਿੰਦੀ ਚ ਲਿਖ ਦਿੰਦੇ ਆ, ਕੋਈ ਹਿੰਦੀ ਵਾਲੇ ਵੀ ਆਪਣੇ ਹੋ ਸਕਦੇ ਸਬਸਕ੍ਰਾਈਬਰਸ। ਕਰਤਾ ਬੇਸਿਕਲੀ ਕਰਤਾ ਕੌਣ ਹੁੰਦਾ? ਕਰਤਾ ਉਹ ਹੁੰਦਾ ਜਿਹੜਾ ਪਰਸਨ ਕੰਮ ਕਰ ਰਿਹਾ ਇਸ ਦੇ ਵਿੱਚ, ਲਾਈਕ ਜਿਹੜਾ ਵਿਅਕਤੀ ਜਾਂ ਜਿਸ ਨੂੰ ਆਪਾਂ ਪਰਸਨ ਕਹਿੰਦੇ ਆ, ਜਿਹੜਾ ਪਰਸਨ ਕੰਮ ਕਰਦਾ, ਸੋ ਉਸ ਨੂੰ ਆਪਾਂ ਕਰਤਾ ਕਹਿੰਦੇ ਆ, ਯਾਨੀ ਕਿ ਸਬਜੈਕਟ। आई होप कि सब्जेक्ट ਦਾ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਨੈਕਸਟ ਆਪਣੇ ਕੋਲ ਹੈ ਵਰਬ। ਵਰਬ ਨੂੰ ਆਪਾਂ ਕਿਰਿਆ ਕਹਿੰਦੇ ਆ। ਕਲੀਅਰ? ਕਿਰਿਆ ਕੀ ਹੁੰਦੀ ਆ? ਜਿਹੜਾ ਕੰਮ ਹੋ ਰਿਹਾ, ਯਾਨੀ ਕਿ ਜੋ ਵੀ ਆਪਣੇ ਕੋਲ ਸੈਂਟੈਂਸ ਹੋਊਗਾ ਉਸ ਵਿੱਚ ਜਿਹੜਾ ਵੀ ਕੰਮ ਹੋ ਰਿਹਾ ਉਹ ਵਰਬ ਦਾ ਪਾਰਟ ਹੈ। ਲਾਈਕ ਕੋਈ ਪੜਨਾ ਜਾਂ ਕੁਝ ਵੀ ਹੈ, ਪੜਨਾ ਕਰਨਾ, ਉਹ ਵਰਬ ਹੋਗੀ। ਗਾਇਸ, ਨੈਕਸਟ ਆ ਗਿਆ ਤੁਹਾਡਾ ਆਬਜੈਕਟ। ਗਾਇਸ, ਆਬਜੈਕਟ ਕੀ ਹੁੰਦਾ? ਜਿਹੜਾ ਕੋਈ ਵਿਸ਼ੇਸ਼ ਕੰਮ ਹੋ ਰਿਹਾ ਹੋਵੇ ਉਹਨੂੰ ਆਪਾਂ ਆਬਜੈਕਟ ਕਹਿੰਦੇ ਆ। ਆਪਾਂ ਇੱਕ ਐਗਜ਼ਾਮਪਲ ਲਵਾਂਗੇ ਜਿਹਦੇ ਨਾਲ ਤੁਹਾਨੂੰ ਸੈਂਟੈਂਸ ਫਾਰਮੇਸ਼ਨ ਸਮਝ ਆ ਜਾਵੇ। ਦੇਖੋ ਗਾਇਸ, ਐਗਜ਼ਾਮਪਲ ਦੇ ਵਿੱਚ ਆਪਾਂ ਲਾਈਕ ਲਿਖਦੇ ਆ, ਉਹ ਫੁੱਟਬਾਲ ਖੇਡਦਾ ਹੈ। ਕਲੀਅਰ? ਇਹਦੇ ਵਿੱਚ ਆਪਾਂ ਸਬਜੈਕਟ ਕੱਢ ਲਿਆ। ਇਹ ਸਬਜੈਕਟ ਕਿਉਂ ਬਣਿਆ? ਉਹ ਇਹ ਵਿਸ਼ੇਸ਼ ਪਰਸਨ ਹੈ ਜਿਹੜਾ ਕੰਮ ਕਰ ਰਿਹਾ। ਜਿਵੇਂ ਕਿ ਆਪਾਂ ਸਬਜੈਕਟ ਦਾ ਡਿਸਕਸ ਕੀਤਾ ਸੀ, ਫੁੱਟਬਾਲ ਖੇਡਦਾ। ਸੋ ਆਪਣੇ ਕੋਲੇ ਖੇਡਣਾ ਇੱਕ ਕਿਰਿਆ ਚੱਲਦੀ ਪਈ ਆ, ਸੋ ਆਪਣੇ ਕੋਲੇ ਕੀ ਹੋ ਗਿਆ? ਵਰਬ। ਕਿਹੜੀ ਵਿਸ਼ੇਸ਼ ਚੀਜ਼ ਚੱਲਦੀ ਪਈ ਆ? ਫੁੱਟਬਾਲ ਖੇਡਣਾ, ਸੋ ਇਹ ਆਪਣਾ ਕੀ ਹੋ ਗਿਆ? ਆਬਜੈਕਟ। ਸੋ ਇਸ ਤਰ੍ਹਾਂ ਆਪਾਂ ਇਹ ਚੀਜ਼ ਨੂੰ ਥੋੜਾ ਜਿਹਾ ਅੰਡਰਸਟੈਂਡਿੰਗ ਕਰ ਲੈਣੀ ਆ। ਸਬਜੈਕਟ, ਆਬਜੈਕਟ, ਵਰਬ ਹੁੰਦੇ ਕੀ ਆ। ਸੋ ਜੇ ਆਪਾਂ ਇਹਦੇ ਅਕੋਰਡਿੰਗ ਵੀ ਬਣਾਈਏ, ਬਾਕੀ ਡਿਪੈਂਡ ਕਰਦਾ ਕਿ ਤੁਹਾਡਾ ਜਿਹੜਾ ਲਾਈਕ ਆ ਟਾਈਪ ਆਫ ਸੈਂਟੈਂਸ ਕਿਹੜੀ ਚੱਲਦੀ ਪਈ ਆ। ਲਾਈਕ ਇੰਡੈਫੀਨਿਟ, ਜਿੱਦਾਂ ਇੰਡੈਫੀਨਿਟ ਕਰ ਰਹੇ ਹੋ, ਕੰਟੀਨਿਊਸ ਕਰ ਰਹੇ ਹੋ, ਪਰਫੈਕਟ ਕਰ ਰਹੇ ਹੋ, ਜਾਂ ਪਰਫੈਕਟ ਕੰਟੀਨਿਊਸ ਕਰ ਰਹੇ ਹੋ। ਠੀਕ ਹੈ ਜੀ, ਇਹ ਡਿਪੈਂਡ ਕਰਦਾ ਹੁਣ ਤੁਸੀਂ ਟਾਈਪ ਕਿਹੜੀ ਕਰ ਰਹੇ ਹੋ। ਲਾਈਕ ਜੇ ਆਪਾਂ ਸਿੰਪਲ ਮੰਨੀਏ ਪ੍ਰੈਜ਼ੈਂਟ ਇੰਡੈਫੀਨਿਟ, ਉਹਦੇ ਅਕੋਰਡਿੰਗ ਸੈਂਟੈਂਸ ਫਾਰਮੇਸ਼ਨ ਬਣਾਈਏ, ਹੀ ਉਹਦਾ ਜਿਹੜਾ ਰੂਲ ਕੀ ਹੁੰਦਾ ਆਪਣੇ ਕੋਲੇ? ਸਬਜੈਕਟ ਪਲਸ ਵਰਬ ਦੀ ਫਸਟ ਫਾਰਮ ਪਲਸ SAES ਪਲਸ ਆਬਜੈਕਟ। ਹੀ ਪਲੀਜ਼ ਆਪਣੀ ਕਿਰਿਆ ਆ ਗਈ ਫੁੱਟਬਾਲ, ਉਹ ਫੁੱਟਬਾਲ ਖੇਡਦਾ ਹੈ। ਸੋ ਇਸ ਦੇ ਨਾਲ ਆ ਸੈਂਟੈਂਸ ਫਾਰਮੇਸ਼ਨ ਹੋਗੀ। ਇਹ ਕਦੇ ਵੀ ਗਲਤ ਨਹੀਂ ਹੋਊਗੀ ਜੇ ਤੁਹਾਨੂੰ ਸਬਜੈਕਟ, ਹੈਲਪਿੰਗ ਵਰਬ, ਵਰਬ ਤੇ ਆਬਜੈਕਟ ਬਾਰੇ ਡੀਪ ਨੌਲੇਜ ਹੈ ਕਿ ਚੀਜ਼ਾਂ ਕੀ ਹੁੰਦੀਆਂ। ਸੋ ਆਪਾਂ ਇਹਦੇ ਵਿੱਚ ਕਦੇ ਵੀ ਮਾਰ ਨਹੀਂ ਖਾਵਾਂਗੇ। ਗਾਇਸ, ਇਹ ਤਾਂ ਥੋੜਾ ਜਿਹਾ ਹੋ ਗਿਆ ਆਪਣਾ ਸੈਂਟੈਂਸ ਫਾਰਮੇਸ਼ਨ ਦਾ ਕੰਸੈਪਟ। ਦੇਖੋ, ਜਿਵੇਂ ਆਪਾਂ ਨੂੰ ਪਤਾ ਰਾਈਟਿੰਗ ਦੇ ਵਿੱਚ ਵੈਰਾਈਟੀ ਆਫ ਸੈਂਟੈਂਸਸ ਯੂਜ਼ ਹੁੰਦੇ ਆ ਜਿਹੜੇ ਕਿ ਇੰਪੋਰਟੈਂਟ ਆ ਤੁਹਾਨੂੰ ਆਉਣੇ, ਜੇ ਤੁਸੀਂ 9 ਤੱਕ ਦਾ ਵੀ ਏਮ ਰੱਖਦੇ ਹੋ। ਦੇਖੋ, ਜਿਹੜੀ ਰਾਈਟਿੰਗ ਆ 4 ਪਾਰਟਸ ਦੇ ਵਿੱਚ ਡਿਵਾਈਡ ਹੁੰਦੀ ਆ। ਉਹਨਾਂ ਦੇ ਵਿੱਚੋਂ ਇੱਕ ਕ੍ਰਾਈਟੇਰੀਆ ਆ ਜਾਂਦਾ ਗ੍ਰਾਮੈਟਿਕਲ ਵਾਲਾ ਆਪਣਾ। ਜੇ ਗ੍ਰਾਮੈਟਿਕਲ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਹੋਊਗਾ ਕਿ ਟਾਈਪਸ ਆਫ ਸੈਂਟੈਂਸਸ ਕਿੰਨੀਆਂ ਯੂਜ਼ ਹੁੰਦੀਆਂ ਤੇ ਆਪਾਂ ਕਿੰਨੀਆਂ ਕਰਦੇ ਆ, ਤਾਂ ਵੀ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ। ਸੋ ਸਟਾਰਟ ਕਰਦੇ ਆ। ਆਪਾਂ ਨੂੰ ਟਾਈਪਸ ਕਿਹੜੀਆਂ ਹੁੰਦੀਆਂ ਪਹਿਲਾਂ ਉਹ ਡਿਸਕਸ ਕਰਾਂਗੇ। ਮੇਬੀ ਕਾਮਨ ਜਿਹੜੀਆਂ ਟਾਈਪਸ ਆ ਉਹ ਤਾਂ ਸਾਰੇ ਤੁਸੀਂ ਡਿਸਕਸ ਕਰ ਹੀ ਲੈਂਦੇ ਹੋਵੋਗੇ ਜਾਂ ਫਿਰ ਰਾਈਟ ਕਰ ਹੀ ਲੈਂਦੇ ਹੋ, ਜਿਵੇਂ ਕਿ ਐਕਟਿਵ ਐਂਡ ਪੈਸਿਵ। ਇਹ ਤਾਂ ਸਾਰੇ ਯੂਜ਼ ਕਰਦੇ ਹੋਣਗੇ ਐਕਟਿਵ ਪੈਸਿਵ ਦਾ ਸਟਰਕਚਰ। ਨੈਕਸਟ ਆਪਣੇ ਕੋਲੇ ਆ ਗਿਆ ਕੰਪਲੈਕਸ, ਕੰਪਾਊਂਡ। ਦੇਖੋ, ਇਹ 4 ਕਾਮਨਲੀ ਯੂਜ਼ ਹੁੰਦੇ ਆ। ਨੈਕਸਟ ਆਪਣੇ ਕੋਲ ਜਿਹੜੇ ਇੰਪੋਰਟੈਂਟ ਵਨ ਆ ਗਏ, ਉਹ ਆ ਗਏ ਜੀਰੰਡ, ਕੰਡੀਸ਼ਨਲ, ਐਡਵਰਬ, ਰਾਈਟ।
देखो जिवें एक्टिव पैसिव कंपलैक्स कंपाउंड जीरेंट कंडीशनल एडवर्ब राइट। फिर आ गई अपने कोले क्वेश्चनिंग फॉर्म लाइक जिन्हों पर WHO वाली फॉर्म्स नाल ज्यादा बनती है या फिर हाउ नाल बनती है, हाउ या फिर WHO फॉर्म होगी। अपने को अगे टाइप्स आ गए नॉट ओनली बट आल्सो वाला स्ट्रक्चर आ गया, ऑल्दो एंड येट वाला आ गया। वैसे इंपॉर्टेंट चीज है, ऑल्दो दे नाल बट नहीं लगता, ऑल्दो एंड येट वाला स्ट्रक्चर होता। ईदर और हो गया, नीदर नॉर हो गया, इन ऑर्डर टू दे नाल बना सकते हैं। क्लियर, अनलेस वाला सेंटेंस हो सकता। सो ये टाइप्स है जिहड़ियां तुहानूं पता होनियां चाहिए। ते काउंट करिए 1 2 3 4 5 6 7 8 9 10 11 12 13 14 15 whether or गाइस ये तुहानूं हुण पता होना चाहिए। जे तुसीं इन्नियां टाइप्स दे विचों लाइक 15 दे विचों 10 12 यूज करदे हो ਤਾਂ जाके अपने ਜਿਹੜੀ ਰਾਈਟਿੰਗ ਆ ਟੂ ਸਟਰੋਂਗ ਹੋ ਜਾਂਦੀ ਆ, ਕਿਉਂਕਿ ਕੱਲੇ ਆਈਡੀਆਜ਼ ਹੀ ਮੈਟਰ ਨਹੀਂ ਕਰਦੇ। ਆਈਡੀਆਜ਼ ਜ਼ਰੂਰੀ ਆ ਕਲੀਅਰ, ਪਲੱਸ ਗ੍ਰਾਮਰ ਵੀ ਜ਼ਰੂਰੀ ਹੈ ਕਿ ਤੁਹਾਡੀ ਵਧੀਆ ਹੋਵੇ ਤੇ ਸਪੈਲਿੰਗ ਦੀ ਮਿਸਟੇਕ ਨਾ ਹੋਵੇ। ਇਹ ਤਿੰਨ ਫੈਕਟਰ ਮਿਲ ਕੇ ਆਪਣਾ ਇੱਕ ਸਟਰੋਂਗ ਰਾਈਟਿੰਗ ਬਣਾਉਂਦੇ ਆ ਜਿਹੜੀ ਕਿ 7+ ਨੂੰ ਲੀਡ ਕਰੂਗੀ ਹੀ ਕਰੂਗੀ। ਦੇਖੋ ਸੈਂਟੈਂਸ ਹੀ ਆਪਣੇ ਕੋਲ ਇੰਨੇ ਵੇ ਨਾਲ ਆਪਾਂ ਬਣਾ ਸਕਦੇ ਆ ਜਿਹਦੇ ਨਾਲ ਆਪਣੀ ਕਦੇ ਮਿਸਟੇਕ ਨਹੀਂ ਆਊਗੀ। ਥੋੜੇ ਜਿਹੇ ਜਿਹੜੇ ਕਾਮਨ ਨਹੀਂ ਕਿ ਲਾਈਕ ਆਹ ਸਾਰਿਆਂ ਨੂੰ ਪਤਾ ਹੀ ਐਕਟਿਵ ਪੈਸਿਵ ਕੰਪਲੈਕਸ ਕੰਪਾਊਂਡ। ਸੋ ਆਪਾਂ ਇਹਨਾਂ ਦੇ ਵਰਕ ਕਰਦੇ ਆ, ਥੋੜਾ ਜਿਹਾ ਕਲੀਅਰ ਕਰਦੇ ਆ ਕਿ ਕਿਵੇਂ ਕਰੀਦੇ ਆ। ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਜੀਰਣ ਦੀ, ਦੇਖੋ ਗਾਇਸ ਜਿਹੜਾ ਜੀਰਣ ਵਾਲਾ ਹੁੰਦਾ ਵਾ, ਜੀਰਣ ਵਾਲਾ ਸੈਂਟੈਂਸ ਤੁਹਾਡਾ ਹਮੇਸ਼ਾ ਸਟਾਰਟ ਹੋਊਗਾ ਵਰਬ ਦੀ ਫਸਟ ਫਾਰਮ ਪਲੱਸ ਆਈਐਨਜੀ ਤੋਂ। ਤੁਹਾਡੇ ਕੋਲ ਵਰਬ ਆ ਗਈ ਫॉर ਐਗਜ਼ਾਮਪਲ ਲਰਨ ਐਂਡ ਉਹਦੇ ਨਾਲ ਆਈਐਨਜੀ ਐਡ ਕਰ ਦੇਣੀ ਹੈ, ਕੀ ਬਣ ਗਿਆ ਲਰਨਿੰਗ। ਇਹਨੂੰ ਆਪਾਂ ਸੈਂਟੈਂਸ ਨੂੰ ਇੱਕ ਐਗਜ਼ਾਮਪਲ ਦੇ ਨਾਲ ਬਣਾ ਲੈਂਦੇ ਆ। ਲਰਨਿੰਗ ਦਾ English language is not a difficult task। कि इंग्लिश सीखना डिफिकल्ट काम नहीं गा। एक चीज होर ध्यान रखियो, डिफिकल्ट नाल वर्क ना लिखिया करो, डिफिकल्ट टास्क लिखिया करो जो किसी काम की गल करनी है। सो जीरेड बेसिकली की हुंदा जिहड़ा वर्ब दी फर्स्ट फॉर्म प्लस आईएनजी तो स्टार्ट होए, लाइक preparing for IELTS exam is not a cup of tea बेसिकली क्या जितो इतो स्टार्ट हुए। नेक्स्ट अपने को हैगा कंडीशनल। कंडीशनल होप सो सारे नु पता होगा भी कंडीशनल केड़ा हुंदा। अगर नहीं पता आप इनु डिस्कस कर लेने हैं। कंडीशनल केड़ा हुंदा जेड़ा इफ तो स्टार्ट हुंदा, इफ देन वाला सेंटेंस। लाइक जे मैं पढ़ लेंदा तां पास हो जांदा, जे आ चीज हो जूगी तां आ भी हो सकदा। बेसिकली जेड़ा इफ तो स्टार्ट हुंदा ओनू आपां कंडीशनल फॉर्म कहंदे हैं। नेक्स्ट हैगा तुहाडे कोल एडवर्ब। एडवर्ब की हुंदा है टास्क 1 ਦੇ ਵਿੱਚ ਵੀ ਬਹੁਤ ਕਾਮਨ ਹੈ ਜਿਹੜਾ ly ਤੋਂ ਵਰਡ ਖਤਮ ਹੁੰਦਾ। ਲਾਈਕ ਜਿਵੇਂ ਤੁਸੀਂ ਟਾਸਕ 1 ਦੇ ਵਿੱਚ ਵੀ ਯੂਜ਼ ਕਰਦੇ ਹੋ ਸ਼ਾਰਪਲੀ ਰੈਪਿਡਲੀ, ਉਹ ਐਡਵਰਬ ਹੁੰਦੀ ਆ। ਫੋਰ ਐਗਜ਼ਾਮਪਲ ਜੇ ਟਾਸਕ 2 ਦੇ ਵਿੱਚ ਯੂਜ਼ ਕਰਨਾ ਹੋਵੇ ਕਿਵੇਂ ਯੂਜ਼ ਕਰੋਗੇ, ਦੇਖੋ ਮੰਨ ਲਓ ਤੁਸੀਂ ਐਡਵਰਬ ਨੂੰ ਯੂਜ਼ ਕਰਨਾ ਟਾਸਕ 2 ਦੇ ਵਿੱਚ, ਜਿਹੜਾ ly ਫਾਰਮ ਦੇ ਨਾਲ ਖਤਮ ਹੁੰਦਾ ਉਹਨੂੰ ਐਡਵਰਬ ਕਹਿੰਦੇ ਆ। ਲਾਈਕ ਪੋਪੂਲੇਸ਼ਨ ਜਾਂ ਫਿਰ ਪੋਲਿਊਸ਼ਨ has increased sharply। ਜਿਹੜਾ ਪੋਲਿਊਸ਼ਨ ਆ ਉਹ ਤੇਜ਼ੀ ਨਾਲ ਵੱਧ ਚੁੱਕਾ ਆ, ਤੁਹਾਡੇ ਕੋਲੇ ਐਡਵਰਬ ਦੀ ਫਾਰਮ ਵੀ ਯੂਜ਼ ਹੋਗੀ। ਕਲੀਅਰ, ਇਹ ਐਡਵਰਬ ਯੂਜ਼ ਕਿਵੇਂ ਹੁੰਦੀ ਹੈ, ਵਰਬ ਪਲੱਸ ਐਡਵਰਬ ਨਾਲ ਯੂਜ਼ ਹੁੰਦੀ ਆ। ਇਹ ਜਿਹੜੀ ਕਿ ਟਾਸਕ 1 ਦੇ ਵਿੱਚ ਵੀ ਯੂਜ਼ ਹੁੰਦੀ ਹੈ। ਕਾਫੀ ਕੈਂਡੀਡੇਟ ਟਾਸਕ 1 ਦੇ ਵਿੱਚ ਕੀ ਕਰਦੇ ਆ, ਜਦੋਂ ਕੋਈ ਡੇਟਾ ਮੈਂਸ਼ਨ ਕਰਦੇ ਆ ਲਾਈਕ ਲਾਈਨ ਗ੍ਰਾਫ ਦਾ ਕਿ ਉਹ ਚੀਜ਼ ਤੇਜ਼ੀ ਨਾਲ ਵਧੀ, ਉਹ ਕੀ ਕਰਦੇ ਆ ਸ਼ਾਰਪਲੀ ਇੰਕਰੀਜ਼ਡ ਜਾਂ ਰੈਪਿਡਲੀ ਇੰਕਰੀਜ਼ਡ ਜੋ ਵੀ ਆ ਇਸ ਵੇ ਨਾਲ ਲਿਖ ਦਿੰਦੇ ਆ। ਵੈਸੇ ਬਿਲਕੁਲ ਰੋਂਗ ਸਟਰਕਚਰ ਆ, ਇਹਦੇ ਵਿੱਚ ਇਨਕਰੀਜ਼ਡ ਅੱਗੇ ਆਊਗਾ, ਇਨਕਰੀਜ਼ਡ ਸ਼ਾਰਪਲੀ ਇਹ ਪ੍ਰੋਪਰ ਸਟਰਕਚਰ ਆ। ਆਈ ਹੋਪ ਕਿ ਤੁਹਾਨੂੰ ਜੀਰੈਂਡ ਕੰਡੀਸ਼ਨਲ ਐਂਡ ਐਡਵਰਬ ਦੀਆਂ ਫਾਰਮਸ ਦਾ ਪਤਾ ਲੱਗ ਗਿਆ ਹੋਊਗਾ ਕਿਵੇਂ ਯੂਜ਼ ਕਰਦੇ ਆ। ਕਲੀਅਰ। ਸੋ ਨੈਕਸਟ ਆਪਾਂ ਮੂਵ ਕਰਦੇ ਆ ਕੁਐਸਚਨਿੰਗ ਫਾਰਮ ਵੱਲ। ਦੇਖੋ ਗਾਇਸ ਕੁਐਸਚਨਿੰਗ ਫਾਰਮ ਕੀ ਹੁੰਦੀ ਹੈ। ਕੁਐਸਚਨਿੰਗ ਲਾਈਕ ਜਿਹਦੇ ਵਿੱਚ WHO ਹਾਊ ਨਾਲ क्वेश्चन बना रहे हो, लाइक तुहानू चिल्ड्रन वाला कोई ऐसे आ जाता कि बच्चों को कुछ लोग कहते इस वे नाल ग्रो अप करना चाहिए, कुछ लोग कहते इस तरह करना चाहिए। तुसी एक इंट्रो बना रहे हो, ਉਹਦੇ ਚ ਲਿਖ ਦਿੰਦੇ ਹੋ ਕਿ ਤੁਸੀਂ ਦੋਨੋਂ ਓਪੀਨੀਅਨ ਵਿੱਚ ਲਾਈਕ ਹਾਊ ਚਿਲड्रन ਸ਼ੁੱਡ ਬੀ ਰੇਜ਼ਡ is still a debatable issue ਕਿ ਬੱਚਿਆਂ ਨੂੰ ਕਿਵੇਂ ਗਰੋ ਅਪ ਕੀਤਾ ਜਾ ਸਕਦਾ, ਇਹ ਹਜੇ ਵੀ ਇੱਕ ਡਿਬੇਟ ਵਾਲਾ ਇਸ਼ੂ ਆ। ਸੋ ਆਪਣੇ ਕੋਲ ਕੁਐਸਚਨਿੰਗ ਫਾਰਮ ਬਣ ਗਈ। ਜੇ WHO ਵਾਲੀ ਫਾਰਮ ਵੀ ਬਣਾਉਣੀ ਹੋਵੇ ਤਾਂ ਉਹਦੇ ਲਈ ਮੈਂ ਇੱਕ ਸਪੈਸ਼ਲ ਇੱਕ ਵੀਡੀਓ ਬਣਾਈ ਸੀ ਟਾਸਕ 2 ਦੇ ਪੈਟਰਨ ਦੀ,
ਤੁਸੀਂ ਉਸ ਚੀਜ਼ ਨੂੰ ਫੋਲੋ ਕਰ ਸਕਦੇ ਹੋ, ਤੁਹਾਨੂੰ ਪਤਾ ਚੱਲ ਜਾਊਗਾ ਕਿ ਆਪਾਂ ਕਿਵੇਂ ਬਣਾ ਸਕਦੇ ਹਾਂ। ਫੋਰ ਐਗਜ਼ਾਮਪਲ देयर आर सेवरल रीजंस व्हाई पीपल थिंक गेम्स आर नॉट गुड फॉर चिल्ड्रन। वाई ਨਾਲ ਕੁਐਸਚਨਿੰਗ ਫਾਰਮ ਆ ਗਈ, ਐਗਜ਼ਾਮੀਨਰ ਨੂੰ ਹੋਰ ਕਲੀਅਰ ਹੋ ਗਿਆ ਕਿ ਬੱਚੇ ਦੀ ਨੌਲੇਜ ਜ਼ਿਆਦੀ ਆ ਜਿਹੜਾ ਕੁਐਸਚਨਿੰਗ ਫਾਰਮ ਵੀ ਬਣਾ ਰਿਹਾ। ਸੋ ਤੁਹਾਨੂੰ ਮੈਂ ਲਿੰਕ ਵੀ ਪ੍ਰੋਵਾਈਡ ਕਰ ਦੂੰਗਾ ਡਿਸਕ੍ਰਿਪਸ਼ਨ ਦੇ ਵਿੱਚ। ਨੈਕਸਟ ਹੈਗਾ not only but also, ਕਿ ਨਾ ਹੀ ਸਿਰਫ ਆ ਵੀ ਆ ਬਟ ਆ ਵੀ ਚੀਜ਼ ਆ। ਲਾਈਕ not only she is a beautiful girl but also she is honest, ਕਿ ਉਹ ਸਿਰਫ ਸੋਹਣੀ ਹੀ ਕੁੜੀ ਨਹੀਂ ਆ ਬਟ ਇਮਾਨਦਾਰ ਵੀ ਆ। ਸੋ ਆਪਣਾ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਕਾਫੀ ਤਰ੍ਹਾਂ ਦੀਆਂ ਚੀਜ਼ਾਂ ਟਾਸਕ 2 ਦੇ ਵਿੱਚ ਇਸ ਵੇ ਨਾਲ ਯੂਜ਼ ਹੋ ਸਕਦੀਆਂ। ਨੈਕਸਟ ਹੈਗਾ although yet। ਦੇਖੋ ਗਾਇਸ although ਕੀ ਹੁੰਦਾ, ਭਾਵੇਂ yet ਹਾਲਾਂਕਿ, ਭਾਵੇਂ ਆ ਵੀ ਚੀਜ਼ ਆ ਹਾਲਾਂਕਿ ਆਪਾਂ ਇਸ ਚੀਜ਼ ਨੂੰ ਵੀ ਨਹੀਂ ਇਗਨੋਰ ਕਰ ਸਕਦੇ। ਲਾਈਕ ਇਹਨੂੰ ਤੁਸੀਂ ਕਨਕਲੂਜਨ ਦੇ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਯੂਜ਼ ਕਰ ਸਕਦੇ ਹੋ। ਮੈਂ ਤੁਹਾਨੂੰ ਇੱਕ ਪ੍ਰੋਪਰ ਸਟਰਕਚਰ ਵੀ ਦੱਸ ਦੇਣਾ ਉਹਦੇ ਲਈ। ਲਾਈਕ ਕਨਕਲੂਜਨ ਤੇ ਸਟਾਰਟ ਕਰ ਰਹੇ ਹੋ, ਟੂ ਸਮ ਅਪ although this thing, ਜਿਹੜਾ ਵੀ ਤੁਹਾਡਾ ਸਬਜੈਕਟ ਹੋਊਗਾ ਉਹ ਆਪਾਂ ਇਹਦੇ ਵਿੱਚ ਮੈਂਸ਼ਨ ਕਰ ਦੋਗੇ, has few drawbacks। ਚਾਹੇ ਇਸ ਚੀਜ਼ ਦੇ ਕੁਝ drawbacks ਹੈਗੇ ਆ, yet the benefits of, again ਜਿਹੜਾ ਸਬਜੈਕਟ ਹੋਊਗਾ, this thing cannot be ignored। ਭਾਵੇਂ ਇਸ ਚੀਜ਼ ਦੇ ਕੁਝ ਨੁਕਸਾਨ ਹੈ ਪਰ ਜਿਹੜੇ ਹਾਲਾਂਕਿ ਇਸ ਦੇ ਜਿਹੜੇ ਫਾਇਦੇ ਆ ਉਹਨਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ although yet ਦੀ ਫਾਰਮ ਵੀ ਆਪਣੀ ਯੂਜ਼ ਹੋ ਜਾਂਦੀ ਹੈ। ਨੈਕਸਟ ਕਰਦੇ ਹਾਂ ਗੱਲ either or ਦੀ। either or ਕੀ ਹੁੰਦਾ, ਜਾਂ ਤਾਂ ਆ ਚੀਜ਼ ਹੈ ਜਾਂ ਆ, ਮੀਨਸ ਜਾਂ ਮੈਂ ਪੜ ਸਕਦਾ ਹਾਂ ਜਾਂ ਮੈਂ ਕੰਮ ਕਰ ਸਕਦਾ ਹਾਂ। either I can study or I can work, ਮੀਨਸ ਆਪਣੀ ਇਸ ਤਰ੍ਹਾਂ ਫਾਰਮ ਨੂੰ ਯੂਜ਼ ਕੀਤਾ ਜਾ ਸਕਦਾ ਹੈ। ਨੈਕਸਟ ਆ ਗਿਆ neither nor। neither nor ਕੀ ਹੁੰਦਾ, not ਦੀ ਜਿਹੜੀ ਫਾਰਮ ਨੂੰ ਦਰਸਾਉਂਦਾ, ਨਾ ਮੈਂ ਪੜ ਸਕਦਾ ਹਾਂ ਨਾ ਮੈਂ ਕੰਮ ਕਰ ਸਕਦਾ ਹਾਂ। neither I can study nor I can work, ਇਸ ਤਰ੍ਹਾਂ ਤੁਹਾਡਾ ਇਹ ਯੂਜ਼ ਹੋ ਜਾਊਗਾ। ਨੈਕਸਟ ਆ ਗਿਆ in order to। in order to ਨੂੰ ਆਪਾਂ ਕਿਵੇਂ ਯੂਜ਼ ਕਰ ਸਕਦੇ ਹਾਂ, ਲਾਈਕ we should study hard in order to get good marks, ਕਿ ਸਾਨੂੰ ਜ਼ਿਆਦਾ ਪੜਨਾ ਚਾਹੀਦਾ, ਹਾਰਡ ਪੜਨਾ ਚਾਹੀਦਾ ਜੇ ਅਸੀਂ ਨੰਬਰ ਵਧੀਆ ਲੈਣੇ। in order to ਹੁੰਦਾ ਕਿ ਉਸ ਕ੍ਰਮ ਦੇ ਵਿੱਚ। ਸੋ ਇਹ ਸੀ ਆਪਣੇ ਕੁਝ ਫਾਰਮਸ ਜਿਹੜੀਆਂ ਆਪਾਂ ਯੂਜ਼ ਕਰਕੇ ਬਹੁਤ ਜ਼ਿਆਦਾ ਵਧੀਆ ਬੈਂਡ ਲੈ ਸਕਦੇ ਹਾਂ। ਆਈ ਐਮ ਸ਼ੋਰ, ਮੈਂ ਇਸ ਲਈ ਸ਼ੋਰ ਵੀ ਹਾਂ ਕਿ ਤੁਹਾਡੇ ਡੈਫੀਨਿਟਲੀ ਆਉਣਗੇ ਜੇ ਤੁਸੀਂ ਗ੍ਰਾਮਰ ਨੂੰ ਪ੍ਰੋਪਰਲੀ ਯੂਜ਼ ਕਰਦੇ ਹੋ। ਜਿਵੇਂ ਕਿ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਸੀ ਸਟਾਰਟਿੰਗ ਦੇ ਵਿੱਚ ਕਿ ਇੱਕ ਤੁਹਾਨੂੰ ਸਰਪ੍ਰਾਈਜ਼ ਕੁਐਸਚਨ ਵੀ ਹੋਊਗਾ ਐਜ਼ ਅ ਹੋਮਵਰਕ, ਜਿਹਨੂੰ ਤੁਸੀਂ ਪੜ੍ਹ ਕੇ ਉਸ ਤੋਂ ਬਾਅਦ ਮੈਨੂੰ ਕਮੈਂਟ ਦੇ ਵਿੱਚ ਤੁਸੀਂ ਆਨਸਰ ਕਰ ਸਕਦੇ ਹੋ ਕਿ ਦੇਖਦੇ ਹਾਂ ਕਿ ਤੁਸੀਂ ਕਿਸ ਤਰ੍ਹਾਂ ਫਾਰਮ ਨੂੰ ਬਣਾਉਂਦੇ ਹੋ। ਐਂਡ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਗੀ। ਜੇ ਵਧੀਆ ਲੱਗੀ ਆਪਣੇ ਫਰੈਂਡਸ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ। ਥੈਂਕ ਯੂ ਸੋ ਮਚ ਗਾਇਜ਼ ਫॉर ਵਾਚਿੰਗ ਐਂਡ ਡੋਂਟ ਫॉरगेट ਟੂ ਸਬਸਕ੍ਰਾਈਬ।